ਡੀਅਰ ਸਟੂਡੈਂਟਸ, ਪਿਆਰੇ ਵਿਦਿਆਰਥੀਓ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਔਰ ਇੱਕ ਵਾਰੀ ਫਿਰ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ JS ਮੈਥ ਕਲਾਸਿਸ ਡੀਅਰ ਸਟੂਡੈਂਟਸ। ਔਰ ਸਾਰੇ ਠੀਕ ਠਾਕ ਹੋ ਪੁੱਤਰ ਜੀ? ਹਾਂਜੀ, ਤਾਂ ਪੁੱਤਰ ਅੱਜ ਆਪਾਂ ਕਰ ਰਹੇ ਹੈਗੇ ਹਾਂ ਜਮਾਤ 10ਵੀਂ ਦਾ 7ਵਾਂ ਚੈਪਟਰ ਸਟਾਰਟ ਕਰਨ ਜਾ ਰਹੇ ਹਾਂ। ਅੱਜ ਆਪਾਂ ਨਿਰਦੇਸ਼ਾਂਕ ਜਮਾਇਤੀ, ਠੀਕ ਹੈ। ਚੈਪਟਰ ਦਾ ਨਾਮ ਤੁਹਾਨੂੰ ਸੁਣਿਆ ਲੱਗਦਾ ਹੋਊਗਾ, ਕਿਉਂਕਿ ਇਹ ਚੈਪਟਰ ਤੁਸੀਂ 9th ਕਲਾਸ ਦੇ ਵਿੱਚ ਕੀਤਾ ਹੋਇਆ। ਆਪਾਂ ਉਸ ਤੋਂ ਅੱਗੇ ਸਟਾਰਟ ਕਰਾਂਗੇ 10th ਕਲਾਸ ਦੇ ਵਿੱਚ, ਠੀਕ ਹੈ। ਚੈਪਟਰ ਨੰਬਰ 7 ਹੈਗਾ ਆਪਣੇ ਕੋਲੇ ਕੋਆਰਡੀਨੇਟ ਜਿਓਮੈਟਰੀ, ਨਿਰਦੇਸ਼ਾਂਕ ਜਮਾਇਤੀ। ਇਹਦੇ ਵਿੱਚ ਕੀ ਹੈ, ਜਿਵੇਂ ਨਾਮ ਤੋਂ ਕਲੀਅਰ ਹੈ ਕਿ ਕੋਆਰਡੀਨੇਟਸ ਦੇ ਨਾਲ ਰਿਲੇਟਡ ਜਾਏਗਾ ਚੈਪਟਰ ਹੈਗਾ। ਤੁਸੀਂ 9th ਕਲਾਸ ਦੇ ਵਿੱਚ ਬਹੁਤ ਕੁਛ ਇਹਦੇ ਬਾਰੇ ਪੜ੍ਹਿਆ ਹੈਗਾ। ਥੋੜ੍ਹੀ ਆਪਾਂ ਇੰਟਰੋ ਲਵਾਂਗੇ ਵੀ ਆਪਾਂ ਕੀ ਪੜ੍ਹਿਆ 9th ਕਲਾਸ ਦੇ ਵਿੱਚ, ਠੀਕ ਹੈ। ਤਾਂ ਉਹਦੇ ਨਾਲ ਰਿਲੇਟਡ ਆਪਣੇ ਕੋਲੇ ਜਿਹੜੀ 9ਵੀਂ ਵਾਲੀ ਜਾਣਕਾਰੀ ਜਿਹੜੀ ਕੁਛ ਹੈਗੀ ਆਪਾਂ ਉਹ ਜ਼ਰੂਰ ਲਵਾਂਗੇ। ਤਾਂ ਇਹ ਗ੍ਰਾਫ ਨਾਲ ਰਿਲੇਟਡ ਹੈਗਾ ਸਾਰਾ, ਠੀਕ ਹੈ। ਆਪਣੇ ਕੋਲ ਟੌਪਿਕ ਮੇਨ ਤੌਰ 'ਤੇ ਤਾਂ ਗ੍ਰਾਫ ਦੇ ਵਿੱਚ ਕੀ ਯੂਜ਼ ਹੋਏਗਾ ਦੇਖਦੇ ਆਪਾਂ, ਠੀਕ ਹੈ। ਅਤੇ ਇੱਥੇ ਤੁਹਾਡੇ ਕੋਲ ਮੈਂ ਇੱਕ ਗ੍ਰਾਫ ਸ਼ੋਅ ਕੀਤਾ ਹੈਗਾ, ਜਿਹਦੇ ਵਿੱਚ ਇੱਕ ਆਪਣੇ ਕੋਲ ਹੈ ਹੌਰੀਜ਼ੌਂਟਲ ਲਾਈਨ, ਇੱਕ ਹੈ ਆਪਣੇ ਕੋਲ ਵਰਟੀਕਲ ਲਾਈਨ, ਠੀਕ ਹੈ ਜੀ। ਹੌਰੀਜ਼ੌਂਟਲ ਲਾਈਨ ਜਿਹਨੂੰ ਆਪਾਂ ਲੇਟਵੀਂ ਰੇਖਾ ਕਹਿੰਦੇ ਹੈਗੇ, ਇਹਨੂੰ ਐਕਸ ਐਕਸਿਸ ਬੋਲਿਆ ਜਾਂਦਾ, ਐਕਸ ਧੁਰਾ ਹੁੰਦਾ, ਠੀਕ ਹੈ ਆਪਣਾ। ਔਰ ਜਿਹੜੀ ਵਰਟੀਕਲ ਲਾਈਨ ਹੁੰਦੀ ਖੜਵੀਂ ਲਾਈਨ ਨੂੰ ਬੋਲਦੇ ਆਪਾਂ ਵਾਈ ਧੁਰਾ, ਯਾਨੀ ਕਿ ਵਾਈ ਐਕਸਿਸ ਬੋਲਦੇ ਆਪਾਂ, ਠੀਕ ਹੈ ਜੀ। ਔਰ ਦੋਨੋਂ ਲਾਈਨਾਂ ਜਿਹੜੇ ਪੁਆਇੰਟ 'ਤੇ ਕੱਟ ਕਰਦੀਆਂ, ਇਸ ਪੁਆਇੰਟ ਨੂੰ ਬੋਲਦੇ ਆਪਾਂ ਓਰੀਜਨ, ਬੋਲਦੇ ਆਪਾਂ ਓਰੀਜਨ, ਓਰੀਜਨ ਬੋਲਦੇ ਹੈਗੇ ਆ। ਔਰ ਪੰਜਾਬੀ ਦੇ ਵਿੱਚ ਆਪਾਂ ਕਹਿੰਦੇ ਇਹਨੂੰ ਮੂਲ ਬਿੰਦੂ, ਕੀ ਕਹਿੰਦੇ ਹੈਗੇ ਆ, ਮੂਲ ਬਿੰਦੂ। ਤਾਂ ਮੂਲ ਬਿੰਦੂ ਜਿੱਥੇ ਦੋਨੋਂ ਜਿਹੜੇ ਹੈਗੇ ਐਕਸ ਐਕਸਿਸ ਕੱਟਦੇ ਹੈਗੇ ਆ, ਉਸ ਪੁਆਇੰਟ ਨੂੰ ਕਹਿੰਦੇ, ਠੀਕ ਹੈ, ਓਰੀਜਨ ਬੋਲਦੇ ਆਪਾਂ ਇਹਨੂੰ। ਓਰੀਜਨ ਦੇ ਜਿਹੜੇ ਹੈਗੇ ਕੋਆਰਡੀਨੇਟਸ ਕੀ ਹੁੰਦੇ ਆਪਾਂ ਨੂੰ ਪਤਾ, ਇੱਥੇ ਇਸ ਪੁਆਇੰਟ 'ਤੇ ਵੀ ਐਕਸ ਵੀ 0 ਹੁੰਦਾ ਹੈਗਾ ਔਰ ਵਾਈ ਵੀ 0 ਹੁੰਦਾ ਹੈਗਾ। ਤਾਂ ਮੂਲ ਬਿੰਦੂ ਪਹਿਲਾਂ ਆਪਣੇ ਕੋਲ ਪੁਆਇੰਟ ਮੈਂ ਇਹੀ ਲਿਖਿਆ ਹੋਇਆ ਕਿ ਮੂਲ ਬਿੰਦੂ ਦੇ ਨਿਰਦੇਸ਼ਾਂਕ ਕੀ ਹੁੰਦੇ ਆਪਣੇ ਕੋਲੇ 0,0। ਤੁਸੀਂ ਸਾਰਾ ਇਹ 9th ਕਲਾਸ ਵਿੱਚ ਪੜ੍ਹਿਆ ਹੋਇਆ। ਸਿਰਫ ਆਪਾਂ ਇੱਕ ਰਿਵਿਊ ਲੈ ਰਹੇ ਹੈਗੇ ਆ, ਜੋ ਪੁਰਾਣਾ ਆਪਾਂ ਪੜ੍ਹਿਆ ਵੀ ਆਪਾਂ ਕੀ ਯਾਦ ਹੈਗਾ। ਤਾਂ ਇਸ ਨੂੰ ਬੋਲਦੇ ਆਪਾਂ ਐਕਸ ਧੁਰਾ ਬੋਲਦੇ ਹਾਂ, ਇਹਨੂੰ ਵਾਈ ਧੁਰਾ ਬੋਲਦੇ ਹਾਂ, ਠੀਕ ਹੈ। ਫਿਰ ਐਕਸ ਧੁਰੇ 'ਤੇ ਜਦੋਂ ਇਹ ਦੋਨੋਂ ਆਪਸ ਕੱਟ ਕਰਦੇ ਹੈਗੇ ਤਾਂ 4 ਚੌਥਾਈਆਂ ਬਣਦੀਆਂ ਆਪਣੇ ਕੋਲ, ਠੀਕ ਹੈ। ਤਾਂ ਪਹਿਲੀ ਚੌਥਾਈ ਹੁੰਦੀ ਹੈਗੀ ਆ, ਦੂਜੀ ਚੌਥਾਈ, ਤੀਜੀ ਅਤੇ ਚੌਥੀ ਨੂੰ ਬੋਲਦੇ ਫਸਟ ਕੁਆਡਰੈਂਟ, ਸੈਕਿੰਡ ਕੁਆਡਰੈਂਟ, ਥਰਡ ਕੁਆਡਰੈਂਟ ਐਂਡ ਫੋਰਥ ਕੁਆਡਰੈਂਟ। 9th ਕਲਾਸ 'ਚ ਆਪਾਂ ਡਿਟੇਲ ਨਾਲ ਪੜ੍ਹਿਆ ਹੋਇਆ। ਉਸ ਤੋਂ ਬਾਅਦ ਹੈ ਆਪਣੇ ਕੋਲ ਐਕਸ ਧੁਰੇ 'ਤੇ ਬਿੰਦੂ। ਐਕਸ ਧੁਰੇ 'ਤੇ ਆਪਾਂ ਮੰਨ ਲਓ ਕੋਈ ਵੀ ਬਿੰਦੂ ਲੈਣਾ ਕਿਤੇ ਮਰਜ਼ੀ, ਠੀਕ ਹੈ। ਮੰਨ ਲਓ ਆਪਾਂ ਐਕਸ ਧੁਰੇ 'ਤੇ ਕਿਸੇ ਵੀ ਜਗ੍ਹਾ ਤੋਂ ਕੋਈ ਬਿੰਦੂ ਲੈਣੇ ਹੈਗੇ ਆ, ਤਾਂ ਇੱਥੇ ਕਿਉਂਕਿ ਵਾਈ ਤਾਂ ਨਾ ਉੱਪਰ ਨੂੰ ਜਾ ਰਹੇ ਨਾ ਨੀਚੇ ਨੂੰ ਜਾ ਰਹੇ ਹੈਗੇ, ਵਾਈ ਤਾਂ 0 ਚੱਲ ਰਹੀ ਆ, ਇੱਥੇ 0 ਤਾਂ ਵਾਈ ਇੱਥੇ ਵੀ 0 ਹੀ ਹੈ। ਸਾਰੀ ਹੀ ਐਕਸ ਧੁਰੇ 'ਤੇ ਵਾਈ ਕੀ ਹੈਗਾ 0, ਵਾਈ ਵਾਲਾ ਕੋਆਰਡੀਨੇਟ ਕੀ ਆਏਗਾ 0 ਹੀ ਆਏਗਾ। ਸੋ ਐਕਸ ਧੁਰੇ 'ਤੇ ਜਿਹੜਾ ਵੀ ਬਿੰਦੂ ਆਊਗਾ ਆਪਣੇ ਕੋਲੇ, ਉਹਦੇ ਵਿੱਚ ਵਾਈ ਵਾਲਾ ਕੋਆਰਡੀਨੇਟ ਕੀ ਆਏਗਾ 0 ਆਏਗਾ। ਅਤੇ ਐਕਸ ਜਿੰਨਾ ਵੀ ਆਪਾਂ ਲਵਾਂਗੇ ਉਹ 1 ਲਿਆ, 2 ਲਿਆ, 3 ਲਿਆ, 5 ਜਾਂ ਮਾਈਨਸ ਜਿੰਨਾ ਵੀ ਹੈਗਾ ਉਹ ਐਕਸ ਉਨਾ ਹੀ ਆ ਜਾਏਗਾ। ਤਾਂ x, 0 ਹੋਏਗਾ। ਐਕਸ ਧੁਰੇ 'ਤੇ ਆਪਾਂ ਜੇ ਬਿੰਦੂ ਲੈ ਰਹੇ ਹੈਗੇ ਐਨੀ ਪੁਆਇੰਟ ਔਨ ਦਾ ਐਕਸ ਐਕਸਿਸ ਦੈਟ ਇਜ਼ ਇਕੁਅਲ ਟੂ x, 0, ਠੀਕ ਹੈ। ਇਹ ਆਪਾਂ ਸਵਾਲ ਦੇ ਵਿੱਚ ਤੁਹਾਨੂੰ ਸਵਾਲ ਆਉਣਗੇ ਤਾਂ ਤੁਸੀਂ ਇਹ ਵਾਲਾ ਪੁਆਇੰਟ ਲੈਣਾ ਹੁੰਦਾ ਹੈਗਾ ਐਕਸ ਧੁਰੇ 'ਤੇ ਜੋ ਬਿੰਦੂ ਆਪਾਂ ਨੂੰ ਪੁੱਛਿਆ ਹੋਵੇ। ਤਾਂ ਵਾਈ ਧੁਰੇ 'ਤੇ ਜਿਹੜਾ ਬਿੰਦੂ ਹੋਊਗਾ ਹਮੇਸ਼ਾ, ਮੰਨ ਲਓ ਵਾਈ ਧੁਰਾ ਆਪਣਾ ਹੈਗਾ, ਦਿਸ ਇਜ਼ ਵਾਈ ਐਕਸਿਸ, ਤਾਂ ਵਾਈ ਧੁਰੇ 'ਤੇ ਹਮੇਸ਼ਾ ਹੀ ਜਿਹੜਾ ਹੈਗਾ ਦੇਖੋ ਐਕਸ ਨਾ ਤਾਂ ਆਪਾਂ ਸੱਜੇ ਜਾ ਰਹੇ ਹਾਂ ਨਾ ਖੱਬੇ ਜਾ ਰਹੇ ਹਾਂ, ਸਿਰਫ ਵਾਈ ਧੁਰੇ ਦੇ ਉੱਪਰ ਜਾ ਰਹੇ ਹੈਗੇ ਆ। ਇੱਥੇ ਹਮੇਸ਼ਾ ਕੀ ਰਹੇਗਾ, ਐਕਸ ਕੀ ਆਏਗਾ 0 ਹੀ ਆਏਗਾ। ਤਾਂ ਸਾਰੇ ਵਾਈ ਧੁਰੇ 'ਤੇ ਕੀ ਹੁੰਦਾ ਐਕਸ ਇਜ਼ ਇਕੁਅਲ ਟੂ 0, ਯਾਨੀ ਇੱਥੇ ਐਕਸ ਵਾਲਾ 0 ਆਏਗਾ ਔਰ ਵਾਈ ਵਾਲਾ ਵਾਈ ਆਏਗਾ। ਵਾਈ ਵਾਲਾ ਜਿੰਨਾ ਵੀ ਆਪਾਂ ਉੱਪਰ ਜਾਵਾਂਗੇ ਜਾਂ ਨੀਚੇ ਜਾਵਾਂਗੇ ਉੱਥੇ ਆਪਾਂ ਨੂੰ ਐਗਜ਼ਿਸਟ ਕਰਦਾ, ਠੀਕ ਹੈ। ਸਮਝ ਲੱਗੀ ਨਾ। ਤਾਂ ਇੱਥੇ ਤੁਹਾਨੂੰ ਇੱਕ ਕੁਐਸਚਨ ਇਹ ਪੁੱਛ ਲਿਆ ਜਾਂਦਾ ਕਿ ਮੰਨ ਲਓ ਜਿਹੜਾ ਮੂਲ ਬਿੰਦੂ ਆ ਉਹ ਕਿਹੜੇ ਧੁਰੇ 'ਤੇ ਲਾਈ ਕਰਦਾ ਹੈਗਾ। ਮੂਲ ਬਿੰਦੂ ਯਾਨੀ ਕਿ ਓਰੀਜਨ ਆ, ਲਾਈ ਔਨ ਵਿਚ ਐਕਸਿਸ, ਕਿਹੜੇ ਐਕਸਿਸ 'ਤੇ ਲਾਈ ਕਰਦਾ ਹੈਗਾ ਇਹ, ਐਕਸ ਐਕਸਿਸ 'ਤੇ ਵੀ ਲਾਈ ਕਰਦਾ ਹੈ, ਵਾਈ ਐਕਸਿਸ 'ਤੇ ਵੀ ਲਾਈ, ਇਹ ਦੋਨੋਂ ਐਕਸ ਐਕਸਿਸ 'ਤੇ ਲਾਈ ਕਰਦਾ, ਠੀਕ ਹੈ। ਸਮਝ ਲੱਗੀ ਨਾ। ਸੋ ਆ ਭੁਜ 'ਤੇ ਕੋਟੀ ਪੰਜਾਬੀ 'ਚ ਲਿਖਿਆ ਹੁੰਦਾ ਆਪਣੇ ਕੋਲੇ, ਭੁਜ ਨੂੰ ਬੋਲਦੇ ਆਪਾਂ ਐਬਸਿਸਾ ਇੰਗਲਿਸ਼ ਦੇ ਵਿੱਚ, ਕੋਟੀ ਨੂੰ ਬੋਲਦੇ ਆਪਾਂ ਕੋਆਰਡੀਨੇਟ। ਤਾਂ ਜਦੋਂ ਆਪਾਂ ਕੋਈ ਪੁਆਇੰਟ ਲਿਖਦੇ ਹੈਗੇ ਐਕਸ, ਵਾਈ, ਇਸ ਫਾਰਮ 'ਚ ਆਪਾਂ ਲਿਖਦੇ ਹੁੰਦੇ ਪੁਆਇੰਟ, ਮਤਲਬ 1, 2, 2, 3 ਐਂਡ ਸੋ ਔਨ। ਤਾਂ ਇਹਦੇ ਵਿੱਚ ਜਿਹੜਾ ਪਹਿਲਾ ਐਕਸ ਹੁੰਦਾ ਹੈਗਾ, ਐਕਸ ਦਾ ਕੋਆਰਡੀਨੇਟ ਨੂੰ ਬੋਲਦੇ ਆਪਾਂ ਐਬਸਿਸਾ ਬੋਲਦੇ ਹਾਂ, ਭੁਜ ਬੋਲਦੇ ਹੈਗੇ ਆ। ਵਾਈ ਵਾਲੇ ਕੋਆਰਡੀਨੇਟ ਨੂੰ ਆਪਾਂ ਕੋਟੀ ਬੋਲਦੇ ਹਾਂ ਪੰਜਾਬੀ ਦੇ ਵਿੱਚ, ਔਰ ਆਰਡੀਨੇਟ ਕਿਹਾ ਜਾਂਦਾ ਇੰਗਲਿਸ਼ ਦੇ ਵਿੱਚ, ਠੀਕ ਹੈ। ਸੋ ਇਹ ਸਭ ਆਪਾਂ ਜਿਹੜਾ ਹੈਗਾ ਪੜ੍ਹਿਆ ਸੀਗਾ 9th ਕਲਾਸ ਦੇ ਵਿੱਚ, ਬਰੀਫ 'ਚ ਜਾਣਕਾਰੀ ਹੈਗੀ ਆ। ਤਾਂ ਹੁਣ ਆਪਣੇ ਕੋਲ ਨਵਾਂ ਕੀ ਹੈ ਇਹਦੇ ਵਿੱਚ, ਮੰਨ ਲਓ ਆਪਾਂ ਨੇ ਕੋਈ ਦੋ ਬਿੰਦੂ ਲੈ ਲਏ, ਠੀਕ ਹੈ। ਇੱਥੇ ਹੈਗਾ ਆਪਣੇ ਕੋਲ ਐਕਸ 1, 2, 3, 4, ਇੱਧਰ ਹੈਗਾ 1, 2, 3 ਐਂਡ 4, 1, 2, 3 ਐਂਡ 4। ਆਪਾਂ ਛੋਟੀ ਜਿਹੀ ਐਗਜ਼ਾਮਪਲ ਲੈਂਦੇ ਹੈਗੇ ਆ। ਮੰਨ ਲਓ ਇੱਕ ਤਾਂ ਪੁਆਇੰਟ ਮੈਂ ਆਹ ਵਾਲਾ ਲੈ ਲਿਆ ਇੱਥੇ, ਇਹ ਵਾਲਾ ਪੁਆਇੰਟ ਕਿੰਨਾ ਬਣੂਗਾ, ਆਪਾਂ 9th ਕਲਾਸ ਸਾਰਾ ਕੁਝ ਸਿੱਖਿਆ ਹੋਇਆ ਪੁਆਇੰਟ ਕਿਵੇਂ ਲਾਉਣੇ ਹੈਗੇ ਆ। ਇਹ ਵਾਲਾ ਪੁਆਇੰਟ ਕਿੰਨਾ ਬਣ ਗਿਆ x1 ਅਤੇ y1 ਅਤੇ ਪੁਆਇੰਟ ਕਿੰਨਾ ਹੋ ਗਿਆ ਫਿਰ 1, 1 ਹੋ ਗਿਆ। ਇੱਕ ਬਿੰਦੂ ਆਪਾਂ ਲੈ ਲਿਆ, ਠੀਕ ਹੈ। ਇੱਥੇ ਇੱਕ ਬਿੰਦੂ ਆਪਾਂ ਲੈ ਲਿਆ ਇੱਥੇ 4 'ਤੇ ਲੈ ਲਿਆ, ਠੀਕ ਹੈ। x4 ਲੈ ਲਿਆ, y ਮੰਨ ਲਓ ਆਪਾਂ ਚਲੋ ਜਿਹੜਾ ਮਰਜ਼ੀ ਲੈ ਲਓ 2 ਲੈ ਲਓ, ਤਾਂ 2।
इधरों 2 के सामने इधरों 4 के सामने जिथे दोनों जो कट करनगे तो ये वाला पॉइंट बन गया अपन दिस पॉइंट इज़ कॉल्ड एक्स, पहला एक्स लिखना होंगे 4, वाई कितना है इतने 2, दिस इज़ 4,2। तो वी हैव 2 पॉइंट्स, तो एक्स है एक अपने को, एक है अपने को वाई, दूजा पॉइंट है अपने को 4,2। तो दोनों पॉइंट विचारला आप डिस्टेंस यानी कि दूरी पता करनी हैगी आ, किमें पता करांगे भी इत्थों लैके इत्थों तक दूरी कितनी है। ये तो अपन सीधी पूछी होंगी आ वाली, तो इत्थे पता लग गया अपन कितनी हैगी है 1 2 ते 3 इकाइयां बन गई दूरी, परंतु अपने आ वाली दूरी पता करनी हैगी है। ठीक है, तो ये दूरी पता करने लिए आप इत्थे देखो इन्हें ड्रॉ कर लेने, बिंदुओं को मिला लेने हैं। ठीक है, आ दूरी पता करनी अपने, तो आ अपन पता लग गई कितनी है। इतने तो पॉइंट पता ना कितना बन जो अपने को वाला पॉइंट कितना बन जाएगा 1 2 3, ये दूरी कितनी बन गई 3 इकाइयां बन गई इतों तक। तो इधर कितना देखो 1 तो लैके 2 तक गया है, तो ये 1 इकाई बन गई, ये 3 इकाइयां बन गई, ये 1 इकाइयां, 3 यूनिट्स एंड 1 यूनिट्स। तो हम आप पता करना भी इस पॉइंट तो लैके ए पॉइंट तो लैके बी पॉइंट तक कितनी दूरी है। तो तुम देखोगे इतने एक अपने को राइट एंगल फॉर्म होगी, समकोणी त्रिकोण बन गई ना। समकोणी त्रिकोण के आप फार्मूला अप्लाई कर सकते हो पाइथागोरस। तो पाइथागोरस फार्मूला तुहानूं अप्लाई करना होता, ठीक है, तुसीं चंगी तरह सीखिया होया। पाइथागोरस की कहता है भी करण का वर्ग बराबर होंदा है लंब का वर्ग जमा आधार का वर्ग, यही होंदा ना। तो ये अकॉर्डिंगली की बनेगी अपने को पाइथागोरस की कहती है अपने को, देखो ध्यान नाल। तो पाइथागोरस अनुसार की बनना से इत्थे अपने को ए बी की करना है, ए बी का वर्ग हो गया, ए बी स्क्वायर इज इक्वल टू इत्थे आप सी पॉइंट ले लिया ए सी स्क्वायर, तो इत्थे बन गया अपने को बी सी स्क्वायर। तो ये पाइथागोरस का फार्मूला आप अप्लाई करता हाँ कि भर दो वैल्यूज़ कितनी है, ये भी पता करना अपने। ए सी कितना सी अपने को 3 यूनिट्स बन गया, 3 का स्क्वेयर हो गया। बी सी 1 सी तो 1 का स्क्वेयर हो गया, तो कितना बन गया 3 का स्क्वेयर 9, तो 1 का स्क्वेयर 1, तो कितने बन गए 10 बन गए। ये बन गया ए बी का स्क्वेयर, स्क्वेयर 10 के बराबर आ गया। तो ए बी कितना होएगा, ये स्क्वेयर किमें हटाने होने आप, ठीक है, ये स्क्वेयर आप हटाने होने इसका स्क्वेयर रूट लैके दोनों पासे वर्गमूल लवांगे, तो इतों स्क्वेयर कट्टा गया, इतने कितना 10 का की बन गया वर्गमूल बन गया अपने को। तो ये फार्मूला बन गया अपने को जी, इनू आप लिख सकते हैं वर्गमूल के अगेन मैं दोबारा रिपीट करते हैं, इतने 3 स्क्वेयर प्लस 1 स्क्वेयर यही आया सी ना, 10 ही आया सी ना। तो सॉल्व तो आप इस तरह ही किया ना, 3 स्क्वेयर प्लस 1 स्क्वेयर। तो हुण देखो कि आप हरेक बारी इस तरह पाइथागोरस यूज़ करा करांगे जो आप हुण सवाल ही ये आप डिस्टेंस फाइंड किया, तो डिस्टेंस फॉर्मूला आएगा अपने को एक की है, एक डिस्टेंस फॉर्मूला आप डिवेलप करने दे वल वध रहे हैं। ठीक है, डिस्टेंस फॉर्मूला यानी कि दूरी सूत्र की आप गल कर रहे हैं। हुण तुहानूं ये फार्मूला तो मैं डिवेलप करा रहा, तुहानूं फार्मूला याद करना कितना सौखा हो जाना, तुहानूं पता नहीं सी पहला फार्मूला किवें बनता है। हुण देखो फार्मूला किस तरह बनया, ये फार्मूला ऑटोमैटिक ही बन गया। देखो दूरी पता करनी हैगी आपां, तो फार्मूला की कहता अपने को, देखो ये 3 सीगा ते 1 सीगा, ठीक है, 3 ते 1 किवें आया, जे आप इस तरह को अपने को 2 पॉइंट गिवन सी ना, इन्हों यूज़ करना आप, तो 3 किवें आ सकता, देखो दोनों यूज़ करके जे आप एक्स वाले दे विचों एक्स वाला घटा दईए, 4 दे विचों 1 कढ़िया 3 आ जाएगा। 3 किवें आया अपने को 4 माइनस 1 का स्क्वेयर 3 लिख सकते हैं आप। फिर आप वाई वाले चो वाई वाला घटा दईए, इत्थे वाई वाला 2 आ और इत्थे वाई वाला कितना है अपने को, ध्यान देखो एक्स वाला 4 सी, 4 माइनस 1 हो गया, वाई वाला है 2, तो इतने वाई वाला कितना है 1, इट मीनस 2 माइनस कितना बन जाएगा 1 बन जाएगा। इतने लिखांगे आप 2 माइनस 1, 1 की जगह तो लिखता 2 माइनस 1 नहीं बनेगा। तो फार्मूला देखो अपने आप ही बन गया। तो आप हुण जे देखो डिवेलप करते फार्मूला, मान लो आप पी पॉइंट ले लिया x1 ते y1, क्यू पॉइंट ले लिया आप x2 ते y2 ले लिया। तो ये 2 पॉइंट है अपने को, इन्होंने पॉइंट के विच आप डिस्टेंस फाइंड करना भी दूरी कितनी है। तो अकॉर्डिंग टू दिस फार्मूला अपने को डिवेलप हो रहा की किया आप जोड़ा जे आप पी क्यू डिस्टेंस फाइंड कर रहे हैं, पी क्यू की दूरी कितनी है, तो वर्गमूल पेगा सारे उपर पहला, तो ठीक है लेना आप की है 4, 4 की है दूजे का एक्स वाला, दूजे एक्स वाले चों पहला एक्स वाला घटा दो, दूजे एक्स वाले चों पहला एक्स वाला घटाना, एक्स नाल एक्स ही लेना, वाई नाल वाई लेना, बस इन्ना याद रखना तुसीं। तो की बन गया फार्मूला अपने को x2 माइनस x1 दा स्क्वायर, समझ लग गई कितना सौखा। देखो फिर वाई वाले ले लो सिमिलरली, वाई कितना है सीगा y2 माइनस y1, यही लै रहे सी आपां, देखो y2 माइनस y1 ही सीगा, दा स्क्वेयर, स्क्वेयर भी करना सी ना अपने नाल। तो फार्मूला ही बन गया अपने को डिस्टेंस फार्मूला अपने लभ लिया। यही फार्मूला आप यूज़ करके किसी भी 2 बिंदुओं विचकारली दूरी आप पता
कर सकते हैं। समझ लग गई ना। किसी भी दो बिंदुओं विचकार आप दूरी इस तरह पता कर सकते हैं। क्लीयर हो गया ना। तो फार्मूला तुसीं हुण जिहड़ा है ये यूज़ करना है आपां पी क्यू इज़ इक्वल टू x2 माइनस x1 का स्क्वेयर y2 माइनस y1 का स्क्वेयर का सारे का स्क्वेयर रूट। ये है अपना डिस्टेंस फार्मूला, वेरी इंपॉर्टेंट फार्मूला है और सारे सवाल इस फार्मूले नाल ही अपने निकलणगे। ठीक है, हुण समझ लग गई ना। देखो 10 मिनट तुहाडे जिहड़े हैगे आ सिर्फ फार्मूला डिवेलप करन दे लग गए। सवाल तो बहुत सौखे है, सवालों का टाइम घट लगूगा अपना। समझ लग गई ना पुत्र किस तरह बनया है दूरी सूत्र। क्लीयर हो गया ना। सो निक्की निक्की गल्लां तुसीं याद रखनियां। पॉइंट्स की सी अपने, मूल बिंदु की हुंदा, एक्स तुरे दा बिंदु किहड़ा हुंदा, वाई तुरे दा बिंदु और भुज नूं ते कोटी नूं की करने आपां। ठीक है, सो ये चीज़ां आपां दिमाग च रखनियां हैगियां। हुण आपां करदे हांगे स्टार्ट अपनी एक्सरसाइज 7.1। हाँ जी, क्वेश्चन नंबर 1 अपने कोल एक्सरसाइज दा फाइंड द डिस्टेंस बिटवीन 2 पॉइंट्स। तो ਆਪਾਂ ਨੂੰ पेयर ਦਿੱਤੇ ਹੋਏ ठीक है, एक पेयर आ, सैकेंड पेयर, थर्ड पेयर है। इन्हां चों हरेक पेयर ਦੇ ਵਿੱਚ ਆਪਾਂ डिस्टेंस फाइंड करना है। ठीक है, ਆਪਾਂ ने क्वेश्चन चों ट्राई करते हैं फर्स्ट क्वेश्चन, फर्स्ट पार्ट आप पहले सॉल्व करते हैं। ठीक है जी, तो फर्स्ट पार्ट 2 पॉइंट्स अपन गिवन है, दिस इज़ 2 3 एंड दिस इज़ 4 1। तो फॉर्मूला की होंगे अपने को डिस्टेंस फार्मूला, एक बार फार्मूला फिर आप रिवाइज कर लिए। डिस्टेंस फार्मूला की सी अपने कोल, दैट वाज x2 माइनस x1 का स्क्वायर y2 माइनस y1 का स्क्वायर ਦਾ ਸਾਰੇ ਦਾ किसी स्क्वायर रूट यानी कि वर्गमूल। ठीक है, तो x2 ਇਹਦੇ ਵਿੱਚ ਪਹਿਲਾ ਪੁਆਇੰਟ ਹੁੰਦਾ ਆਪਣਾ x1 y1, ਦੂਜਾ ਪੁਆਇੰਟ ਹੁੰਦਾ ਆਪਣੇ ਕੋਲੇ x2 y2। ਠੀਕ ਹੈ, ਤੁਸੀਂ ਇੱਥੇ ਲਿਖਣ ਦੀ ਜ਼ਰੂਰਤ ਨਹੀਂ, ਅੰਡਰਸਟੂਡ ਤੁਸੀਂ ਧਿਆਨ ਨਾਲ ਜਿਹੜਾ ਕਰਨਾ ਇਹਨੂੰ ਪਕੜ ਬਣਾਉਣੀ ਇਸ ਤੇ। ਤਾਂ ਤੁਹਾਡਾ x1 y1 ਕੀ ਬਣ ਗਿਆ ਇੱਥੇ, ਇਹ x1 ਬਣ ਗਿਆ, ਇਹ y1, ਇਹ x2 ਬਣ ਗਿਆ, y2 ਬਣ ਗਿਆ। ਠੀਕ ਹੈ, ਤਾਂ ਤੁਸੀਂ ਜਿਹੜਾ ਦਿਮਾਗ 'ਚ ਰੱਖਣਾ ਹੈ ਔਰ ਇਹਦੇ ਹਿਸਾਬ ਨਾਲ ਇੱਥੇ ਅਪਲਾਈ ਕਰ ਦਿਓ ਫਾਰਮੂਲਾ। ਹਾਂਜੀ, x2 ਕਿੰਨਾ ਇੱਥੇ ਦੇਖੋ, ਦੂਜਾ x ਕਿੰਨਾ ਹੈਗਾ 4, ਪਹਿਲਾ x ਕਿੰਨਾ ਸੀਗਾ 2, 4 2 माइनस हो गए, प्लस फिर दूजा y कितना है इतने 1 और पहला y कितना 3 10 स्क्वायर। सारे तक की करना आप स्क्वायर रूट। देखो इन्ना सौखा सवाल है और देखो इक्को लाइन के थोड़ा सवाल हल हो जाना है। 4 2 कड्ढे 2 2 का स्क्वायर करना आपने, 1 माइनस 3 ये माइनस का 2 बच के भी स्क्वायर करना आपने। और देखो 2 का स्क्वायर कितना बन गया 4, माइनस 2 का स्क्वायर भी प्लस के 4 ही बनेगा क्योंकि ठीक है माइनस माइनस प्लस हो जाता। तो 4 4 कितने बन गए 8, वर्गमूल 8 अपने को जोड़ा है आंसर बन गया। तुम इन्हें थोड़ा जहा तोड़ सकते हैं, इनू फैक्टराइज कर सकते हैं। तो ये फैक्टर की बन गए 2 मल्टीप्लाई 2 मल्टीप्लाई 2, एक पेयर बन गया। जो पेयर बन गया वो बाहर आ जाता, जो कला रह गया विच ही रह जाऊगा। ठीक है, तो 2 वर्गमूल 2 यूनिट्स जोड़ा है कि आंसर आ गया इकाइयाँ। समझ लगी ना, इन्ना सौखा सवाल है। तो फर्स्ट पार्ट मैं सॉल्व करता, बाकी 2 पार्ट तुम अपने आप ट्राई करने। क्लीयर हो गया ना। आप मूव करते हैं क्वेश्चन नंबर 2 से। सैकेंड जोड़ा है अपने को सम वो फाइंड करना डिस्टेंस आप 0 0 पॉइंट है तो 36 15 दोनों पॉइंट के विचाले आप डिस्टेंस फाइंड करना। देखो ईजी फार्मूला बन गया, ये तो ओरिजिन ही बन गया ना अपने को, मूल बिंदु बन गया। तो ओरिजिन तो डिस्टेंस फाइंड करना है तो जो पॉइंट यही आ जाएंगे क्योंकि 36 माइनस 0 करेंगे 36 आ जाऊगा, 15 माइनस 0 करेंगे 15 ही आ जाऊगा। बाकी फार्मूला तो जिस तरह ही अप्लाई करना फर्स्ट पार्ट वांगू जिस तरह अप्लाई किया आप, यानी कि 36 माइनस 0 15 माइनस 0 का की आ जाएगा स्क्वेयर एंड स्क्वेयर रूट आ जाएगा। सिंपली जो है आप सॉल्व कर लेने हैं। इतने फार्मूला सेम है अपना ही वाला फार्मूला अप्लाई करना आप। 36 माइनस 0 का स्क्वायर आ गया तो 15 माइनस 0 का स्क्वायर आ गया। ठीक है, सारा की करना अपन स्क्वेयर रूट। 36 चो 0 कड्ढी 36 रह गया और 36 का स्क्वायर कितना होंगे 36 गुणा 36 करके वेख लो कितने बन जाएंगे 1296 बन जाएंगे। ठीक है, फिर अपने को आ गए 15 माइनस 0 15 रह गए और 15 स्क्वायर करांगे कितना बन जाएगा अपने को 225। तो जोड़ लो कितने बन गए भी अपने को। हाँ जी, जोड़ोगे तो तो कितने बन गए 6 तो 5 11 9 2 11 तो 1 12 14 तो 1 15 तो 1521 बन गए। तो 1521 हम तुहानूं मैं कहा वर्गमूल तुसीं याद करने घट्टो घट्ट 35 40 तक वर्गमूल जवानी याद करो। जे नहीं पता लगता तुसीं इहनूं वर्गमूल के तरीके नाल हल कर लेना है। 1521 लगभग जो अपने को 39 का वर्गमूल होंदा है, 39 गुणा 39 तुसीं करोगे तो 1521 बनणगे। तो पेयर बन गया अपने को। तो राइट आंसर कितना आ गया 39 यूनिट्स इसका डिस्टेंस आ गया। क्लीयर हो गया। ओरिजिन तो लैके इस पॉइंट तक का डिस्टेंस कितना आ गया 39 यूनिट्स। सो नैक्सट क्वेश्चन पुत्र अपने पूछा है डिटरमिन द पॉइंट्स 1 5 2 3 -2 -11 आर कोलीनियर। कोलीनियर लीनियर मतलब इक्को लाइन दे विच हुंदे। ठीक है, कोलीनियर मतलब ਜਿਹੜੇ ਤਿੰਨੇ ਪੁਆਇੰਟ ਕਹਿੰਦਾ ਇੱਕੋ ਲਾਈਨ ਦੇ ਵਿੱਚ ਹੈਗੇ, मतलब इस तरह
ਵੀ 3 ਪੁਆਇੰਟ ਇੱਕ ਲਾਈਨ ਹੈਗਾ, ਤਿੰਨੇ ਪੁਆਇੰਟ ਕਹਿੰਦਾ ਇੱਕੋ ਲਾਈਨ ਦੇ ਵਿੱਚ, ਬਿਲਕੁਲ ਲਾਈਨ ਦੇ ਵਿੱਚ, ਸਿੱਧੀ ਰੇਖਾ ਦੇ ਵਿੱਚ ਹੈਗੇ ਆ, ਇਸ ਤਰ੍ਹਾਂ ਕਹਿੰਦਾ। ਠੀਕ ਹੈ, ਤਾਂ ਤਿੰਨ ਜਦੋਂ ਕੋਈ ਪੁਆਇੰਟ ਇੱਕ ਲਾਈਨ ਦੇ ਵਿੱਚ ਹੁੰਦੇ ਹੈਗੇ ਤਾਂ ਉਹਦੀ ਕੀ ਖਾਸੀਅਤ ਹੁੰਦੀ ਹੈ, ਆਪਾਂ ਕਿਸ ਤਰ੍ਹਾਂ ਉਹਨੂੰ ਆਪਾਂ ਚੈੱਕ ਕਰ ਸਕਦੇ ਹੈਗੇ ਆ। ਮੰਨ ਲਓ ਇਹ ਸਾਰੀ ਜਿਹੜੀ ਹੈਗੀ ਆਪਣੇ ਕੋਲ ਭੁਜਾ 5 ਸੈਂਟੀਮੀਟਰ ਹੈ। ਠੀਕ ਹੈ, ਇਹ 2 ਸੈਂਟੀਮੀਟਰ ਅਤੇ 3 ਸੈਂਟੀਮੀਟਰ। ਹੁਣ ਤੁਸੀਂ ਦੇਖੋਗੇ 2 ਤੇ ਆ ਹੋ ਗਿਆ 3, ਸਾਰਾ ਕਿੰਨਾ ਬਣ ਗਿਆ 5, ਮਤਲਬ 3 ਦੂਰੀਆਂ ਬਣ ਗਈਆਂ, ਇੱਕ ਦੂਰੀ, ਦੂਜੀ ਦੂਰੀ ਤੇ ਆ ਬਣ ਗਈ ਤੀਜੀ ਦੂਰੀ। ਟੋਟਲ ਹੈਗੀ 5। ਮਤਲਬ ਕੀ ਆ ਰਿਹਾ ਕਿ 2 ਦੂਰੀਆਂ ਦਾ ਜੋੜ ਤੀਜੀ ਦੂਰੀ ਦੇ ਬਰਾਬਰ ਆ ਰਿਹਾ। ਸਮ ਆਫ 2 ਡਿਸਟੈਂਸਿਸ ਇਕੁਅਲ ਟੂ ਸਮ ਆਫ ਥਰਡ ਡਿਸਟੈਂਸ, ਐਵੇਂ ਹੈ ਨਾ, ਮਤਲਬ 2 ਡਿਸਟੈਂਸ ਦਾ ਜੋੜ ਥਰਡ ਡਿਸਟੈਂਸ ਦੇ ਇਕੁਅਲ ਬਣ ਰਿਹਾ ਹੈਗਾ। ਤੇ ਇਹੀ ਆਪਾਂ ਪ੍ਰੂਵ ਕਰਨਾ ਹੈ। ਤਿੰਨੋਂ ਡਿਸਟੈਂਸ ਫਾਈਂਡ ਕਰਾਂਗੇ ਆਪਾਂ, A ਤੋਂ B ਤੱਕ, B ਤੋਂ C ਤੱਕ ਤੇ A ਤੋਂ C ਤੱਕ। ਠੀਕ ਹੈ, ਮਤਲਬ ਆਪਾਂ ਨੇ A ਪੁਆਇੰਟ ਹੈਗਾ, ਇੱਥੇ ਆਪਾਂ ਫਸਟ 2 ਪੁਆਇੰਟ ਡਿਸਟੈਂਸ ਲੈ ਲਿਆ। ਠੀਕ ਹੈ, ਇਹਨੂੰ ਆਪਾਂ A ਲਿਖ ਲਿਆ, ਇਹਨੂੰ B ਲਿਖ ਲਿਆ, ਇਹਨੂੰ C ਲੈ ਲਿਆ। ਠੀਕ ਹੈ ਜੀ, ਤਾਂ ਪਹਿਲਾਂ ਆਪਾਂ ਫਾਈਂਡ ਕਰਾਂਗੇ AB। ਹਾਂਜੀ, AB ਡਿਸਟੈਂਸ ਕਿਸ ਤਰ੍ਹਾਂ ਫਾਈਂਡ ਕਰਦੇ ਹਾਂ, ਫਾਰਮੂਲਾ ਤੁਹਾਨੂੰ ਪਤਾ ਹੈਗਾ, ਤੁਸੀਂ ਡਾਇਰੈਕਟ ਅਪਲਾਈ ਕਰ ਸਕਦੇ ਹੋ। ਫਾਰਮੂਲਾ ਕੀ ਹੈ, ਹਾਂਜੀ, AB ਲੈਣਾ ਤਾਂ ਸੈਕਿੰਡ ਵਾਲਾ x ਦੇਖਣਾ ਆਪਾਂ, 2 - 1 ਆ ਜਾਏਗਾ, 2 - 1 ਦਾ ਸਕੁਅਰ ਔਰ 3 - 5 ਦਾ ਸਕੁਅਰ। ਕਲੀਅਰ ਹੈ, ਸੋਲਵ ਕਰ ਲਓ ਬਸ। ਤੇ ਕਿੰਨਾ ਬਣ ਗਿਆ ਇਹ, 2 - 1 1 ਔਰ 1 ਦਾ ਸਕੁਅਰ ਵੀ ਕਿੰਨਾ ਬਣ ਗਿਆ 1। 3 - 5 ਮਾਈਨਸ ਦੇ 2 ਬਚਣਗੇ ਔਰ 2 ਦਾ ਸਕੁਅਰ ਕਿੰਨਾ ਬਚ ਗਿਆ 4 ਅਗੇਨ। ਤਾਂ 1 + 4 ਕਿੰਨਾ ਆ ਗਿਆ √5 ਯੂਨਿਟਸ। ਪਹਿਲੀ ਆ ਗਈ ਡਿਸਟੈਂਸ A ਤੋਂ B ਤੱਕ ਆ ਗਿਆ। B ਤੋਂ C ਤੱਕ ਪਤਾ ਕਰ ਲਓ ਕਿੰਨਾ ਹੈਗਾ BC। ਅਗੇਨ ਹੁਣ B ਤੇ C ਆਹ ਵਾਲੇ 2 ਪੁਆਇੰਟ ਲਵਾਂਗੇ ਆਪਾਂ। ਠੀਕ ਹੈ, B ਤੇ C। ਹੁਣ ਆਪਣਾ ਸੈਕਿੰਡ ਪੁਆਇੰਟ ਇਹ ਬਣ ਗਿਆ, ਫਸਟ ਪੁਆਇੰਟ ਇਹ ਬਣ ਗਿਆ। ਹਾਂਜੀ, ਤਾਂ ਕਿੰਨਾ ਇੱਥੇ -2 -2 ਦਾ ਸਕੁਅਰ, ਇੱਥੇ ਹੈਗਾ ਮਾਈਨਸ ਦਾ 11, ਮਾਈਨਸ ਕਰਨਾ ਆਪਾਂ ਵਿੱਚੋਂ 3 ਦਾ ਸਕੁਅਰ ਬਣ ਗਿਆ। ਹਾਂਜੀ, ਇਹ ਬਣ ਗਿਆ -2 - 4 ਬਣ ਗਿਆ, ਦਾ ਸਕੁਅਰ ਕਰਾਂਗੇ ਆਪਾਂ। -11 ਤੇ -3 ਮਾਈਨਸ ਦੇ 14 ਬਣ ਗਏ, ਦਾ ਸਕੁਅਰ ਕਰਾਂਗੇ ਆਪਾਂ ਔਰ ਸਕੁਅਰ ਰੂਟ ਕਰਾਂਗੇ। ਹਾਂਜੀ, 4 ਦਾ ਸਕੁਅਰ ਬਣ ਗਿਆ 16, 14 ਦਾ ਸਕੁਅਰ ਬਣ ਗਿਆ 196। ਤਾਂ ਜੋੜਾਂ ਕਿੰਨੇ ਬਣ ਗਏ ਇਹ ਆਪਣੇ ਕੋਲੇ, ਦੇਖੋ ਜੀ 2 ਤੇ 112 ਬਣ ਗਏ। ਠੀਕ ਹੈ ਜੀ, √112 ਯੂਨਿਟਸ। ਔਰ ਥਰਡ ਡਿਸਟੈਂਸ ਫਾਈਂਡ ਕਰ ਲਓ। ਹੁਣ ਆਪਾਂ ਫਾਈਂਡ ਕਰਾਂਗੇ A ਤੇ C ਦਾ ਡਿਸਟੈਂਸ। ਠੀਕ ਹੈ ਜੀ, AC। ਤਾਂ ਮਤਲਬ ਇੱਕੋ ਫਾਰਮੂਲਾ ਆਪਾਂ 3 ਵਾਰੀ ਅਪਲਾਈ ਕਰਤਾ। ਫਾਰਮੂਲਾ ਤਾਂ ਇੱਕੋ ਹੀ ਹੈ ਨਾ, ਦੇਖੋ ਜਸਟ ਐਪਲੀਕੇਸ਼ਨ ਉਹਦੀ। ਤਾਂ AC ਫਾਈਂਡ ਕਰਨਾ, ਹੁਣ ਫਸਟ ਪੁਆਇੰਟ A ਬਣ ਗਿਆ ਤੇ ਸੈਕਿੰਡ ਪੁਆਇੰਟ C ਬਣ ਗਿਆ। ਉਸ ਤਰ੍ਹਾਂ ਹੀ -2 ਤੇ -1 ਕਰਾਂਗੇ ਆਪਾਂ। ਠੀਕ ਹੈ ਜੀ, ਇੱਧਰੋਂ ਫਿਰ -11 ਤੇ -5 ਕਰਾਂਗੇ ਆਪਾਂ। ਹਾਂਜੀ, -2 - 1 -3 ਬਣ ਗਿਆ ਜੀ, -11 - 5 -16 ਬਣ ਗਿਆ ਜੀ। ਔਰ ਆਪਾਂ ਨੇ ਇਹਦਾ ਸਕੁਅਰ ਰੂਟ ਕਰਨਾ ਹੈ। ਹਾਂਜੀ, 3 ਦਾ ਸਕੁਅਰ ਕਿੰਨਾ ਆਏਗਾ 9, 16 ਸਕੁਅਰ ਆਏਗਾ 256। ਹਾਂਜੀ, ਤਾਂ 200 ਕਿੰਨੇ ਬਣ ਗਏ ਇਹ 65 ਯੂਨਿਟਸ। ਹੁਣ ਤੁਸੀਂ ਦੇਖੋ ਤਿੰਨੋਂ ਡਿਫਰੈਂਟ ਹੀ ਆ ਰਹੇ ਲਗਭਗ ਆਪਣੇ ਕੋਲ ਨਾ। ਇਹ √5 ਆ ਗਿਆ, ਇਹ √112 ਆ ਗਿਆ, ਇਹ √265 ਆ ਗਿਆ ਨਾ। ਤਿੰਨਾਂ 'ਚ ਕੋਈ ਰਿਲੇਸ਼ਨ ਬਣਦਾ, ਮਤਲਬ ਕਿਸੇ ਦੋ ਨੂੰ ਜੋੜ ਕੇ ਤੀਜਾ ਬਣਦਾ ਪਿਆ ਕਿ ਨਹੀਂ ਆਪਣੇ ਕੋਲੇ? ਬਿਲਕੁਲ ਨਹੀਂ ਬਣਦਾ ਪਿਆ, ਹੈ ਨਾ, ਨਹੀਂ ਬਣਦਾ ਪਿਆ ਨਾ, ਕਿ ਬਣ ਜਾਏਗਾ? ਆ ਤਾਂ 5 ਦੇ ਟੇਬਲ 'ਚ ਆਉਣਾ ਹੀ ਨਹੀਂ ਗਾ। ਸੋ ਇਸ ਕਰਕੇ ਇਹਨਾਂ ਦੇ ਵਿੱਚ ਵਾਲੇ ਕੋਈ ਡਿਸਟੈਂਸ ਨਹੀਂ ਬਣਦਾ ਹੈਗਾ, ਮਤਲਬ ਕਿਸੇ ਦੋ ਨੂੰ ਜੋੜ ਕੇ ਤੀਜਾ ਨਹੀਂ ਬਣੇਗਾ। ਇਹ ਵਾਲੀ ਜਿਹੜੀ ਪ੍ਰੋਪਰਟੀ ਇੱਥੇ ਨਹੀਂ ਹੋਲਡ ਕਰਦੀ। ਸੋ ਆਪਾਂ ਲਿਖ ਦਿਆਂਗੇ ਇਹ ਪੁਆਇੰਟ ਜਿਹੜੇ ਸੀਗੇ A B C ਪੁਆਇੰਟ ਜਿਹੜੇ ਸੀਗੇ ਆਰ ਨੋਟ ਕੋਲੀਨੀਅਰ, ਮਤਲਬ ਇੱਕੋ ਰੇਖਾ ਦੇ ਵਿੱਚ ਨਹੀਂ ਹੈਗੇ। ਇਹ ਇਸ ਤਰ੍ਹਾਂ ਅੱਗੇ ਪਿੱਛੇ ਹੋਣਗੇ। ਠੀਕ ਹੈ ਜੀ, ਸਮਝ ਲੱਗ ਗਈ ਕਿ ਨਹੀਂ? ਇੱਕੋ ਰੇਖਾ 'ਚ ਹੁੰਦੇ ਤਾਂ ਦੋਵਾਂ ਦਾ ਜੋੜ ਤੀਜੇ ਬਰਾਬਰ ਬਣਨਾ ਸੀਗਾ। ਇਸ ਕਰਕੇ ਇਹ ਕੋਲੀਨੀਅਰ ਨਹੀਂ ਹੈਗੇ। ਇੰਪੋਰਟੈਂਟ ਸਵਾਲ ਹੈਗਾ, ਅਕਸਰ ਪੁੱਛਿਆ ਜਾਂਦਾ ਪੇਪਰ ਦੇ ਵਿੱਚ ਸਵਾਲ। ਕੁਐਸਚਨ ਨੰਬਰ 4 ਆਪਣੇ ਕੋਲ ਹੈ ਬੇਟਾ ਜੀ, ਚੈੱਕ ਵੈਦਰ 5 - 2 6 4 7 - 2 ਆਰ ਦਾ ਵਰਸਿਸ ਆਫ ਐਨ ਆਈਸੋਸੈਲ ਟ੍ਰਾਇੰਗਲ। ਹੁਣ ਆਈਸੋਸੈਲ ਟ੍ਰਾਇੰਗਲ ਦੀ ਗੱਲ ਆ ਗਈ। ਹੁਣ ਟ੍ਰਾਇੰਗਲ, ਕਿਉਂਕਿ ਪੁਆਇੰਟ ਤਾਂ ਦੇਖੋ ਪਹਿਲੇ ਸਮਝ ਵੀ 3 ਪੁਆਇੰਟ ਸੀ, ਆਪਾਂ ਕਿਹਾ ਸੀ ਕੋਲੀਨੀਅਰ ਹੈਗੇ ਆ। ਹੁਣ 3 ਪੁਆਇੰਟਸ ਦੋ ਤਰੀਕੇ ਨਾਲ ਹੀ ਹੋ ਸਕਦੇ ਆ, ਜਾਂ ਤਾਂ ਤਿੰਨੇ ਪੁਆਇੰਟ ਦੇਖੋ ਇੱਕੋ ਲਾਈਨ ਦੇ ਵਿੱਚ ਹੋਣਗੇ ਤਾਂ ਉਹ ਕੀ ਬਣ ਗਏ, ਕੋਲੀਨੀਅਰ ਬਣ ਗਏ। ਜੇ ਤਿੰਨੇ ਪੁਆਇੰਟ ਇੱਕੋ ਲਾਈਨ ਦੇ ਵਿੱਚ ਨਹੀਂ ਹੋਣਗੇ, ਇਸ ਤਰ੍ਹਾਂ ਹੋਣਗੇ, ਮੰਨ ਲਓ ਇੱਕ ਪੁਆਇੰਟ ਉੱਪਰ ਹੈਗਾ ਇਸ ਤਰ੍ਹਾਂ ਕਰਕੇ, ਇੱਕ ਪੁਆਇੰਟ ਇੱਥੇ ਹੈਗਾ, ਤਾਂ ਕੀ ਹੋਣਗੇ, ਉਹ ਕੋਈ ਟ੍ਰਾਇੰਗਲ ਬਣਾਉਣਗੇ। ਫਿਰ ਇਸ ਤਰ੍ਹਾਂ ਕਰਕੇ ਤਾਂ ਹੀ ਟ੍ਰਾਇੰਗਲ ਬਣੂਗੀ।
ਹੁਣ ਟ੍ਰਾਇੰਗਲ ਕਿਹੜੀ ਬਣਦੀ ਉਹ ਕਹਿੰਦਾ ਪ੍ਰੂਵ ਕਰੋ। ਟ੍ਰਾਇੰਗਲ ਬਣਦੀ ਹੈਗੀ ਹੈ ਆਈਸੋਸੈਲਸ ਟ੍ਰਾਇੰਗਲ। ਕਿਹੜੀ ਹੈਗੀ ਆ? ਆਈਸੋਸੈਲ ਟ੍ਰਾਇੰਗਲ, ਆਈਸੋਸੈਲਸ। ਠੀਕ ਹੈ, ਮਤਲਬ ਹੈਗਾ ਸਮ ਦੋ ਭੁਜੀ ਤ੍ਰਿਭੁਜ। ਕਿਹੜੀ ਟ੍ਰਾਇੰਗਲ ਹੁੰਦੀ ਹੈਗੀ ਆ? ਸਮ ਦੋ ਭੁਜੀ ਤ੍ਰਿਭੁਜ, ਜਿਸ ਦੀਆਂ ਦੋ ਭੁਜਾਵਾਂ ਬਰਾਬਰ ਹੁੰਦੀਆਂ, ਮਤਲਬ ਜਿਸ ਦੀਆਂ ਦੋ ਬਾਹੀਆਂ ਬਰਾਬਰ ਹੋਣਗੀਆਂ। ਇਸ ਤਰ੍ਹਾਂ ਕਰਕੇ ਇਹਦੀ ਲੰਬਾਈ ਬਰਾਬਰ ਆਊਗੀ, ਇਹਦੀ ਲੰਬਾਈ ਬਰਾਬਰ ਆਊਗੀ, ਇਹ ਬਰਾਬਰ ਨਹੀਂ ਹੋ ਸਕਦੀ ਮਤਲਬ। ਠੀਕ ਹੈ, ਇਹਦੇ ਵਿੱਚ ਦੋ ਬਰਾਬਰ ਹੋਣੀ ਚਾਹੀਦੀਆਂ ਹੈਗੀ, ਤੀਜੀ ਬਰਾਬਰ ਹੋਵੇ ਨਾ ਹੋਵੇ, ਦੋ ਤਾਂ ਬਰਾਬਰ ਹੋਣੀ ਚਾਹੀਦੀਆਂ। ਠੀਕ ਹੈ, ਇਹਨੂੰ ਬੋਲੇ ਆਪਾਂ ਸਮ ਦੋ ਭੁਜੀ, ਯਾਨੀ ਕਿ ਆਈਸੋਸੈਲ ਟ੍ਰਾਇੰਗਲ। ਕਲੀਅਰ? ਇਹਦੇ ਵਿੱਚ ਕੀ ਆ ਪਤਾ ਉਹੀ ਕਰਨਾ ਹੈਗਾ। ਦੇਖੋ A ਤੋਂ B ਤੱਕ ਦੂਰੀ ਪਤਾ ਕਰਨੀ ਹੈ ਆਪਾਂ, B ਤੋਂ C ਤੱਕ ਤੇ C ਤੋਂ A ਤੱਕ, ਜਿਵੇਂ ਆਪਾਂ ਪਹਿਲੇ ਸਮਝ ਕੀਤਾ। ਸੇਮ ਫਾਰਮੂਲਾ ਹੈਗਾ, ਤੁਸੀਂ ਦੇਖ ਲੈਣਾ ਹੈਗਾ ਵੀ ਜੇ ਦੋ ਦੂਰੀਆਂ ਬਰਾਬਰ ਆ ਗਈਆਂ ਤਾਂ ਉਹ ਕਿਹੜੀ ਤ੍ਰਿਕੋਣ ਬਣ ਗਈ? ਸਮ ਦੋ ਭੁਜੀ ਬਣ ਜਾਏਗੀ। ਜੇ ਦੋ ਦੂਰੀਆਂ ਬਰਾਬਰ ਨਾ ਆਈਆਂ ਤਾਂ ਆਪਾਂ ਲਿਖ ਦਿਆਂਗੇ ਸਮ ਦੋ ਭੁਜੀ ਤ੍ਰਿਭੁਜ ਉਹ ਨਹੀਂ ਹੈ। ਕਲੀਅਰ ਹੈ ਨਾ? ਮੈਂ ਤੁਸੀਂ ਪ੍ਰੋਪਰਟੀ ਦੇਖਣੀ ਹੈਗੀ ਆ। ਮੰਨ ਲਓ ਇਹ ਟ੍ਰਾਇੰਗਲ ਹੈ ABC ਆਪਣੇ ਕੋਲੇ, ਤੁਸੀਂ ਤਿੰਨ ਦੂਰੀਆਂ ਪਤਾ ਕਰ ਲਈਆਂ। ਜ਼ਰੂਰੀ ਨਹੀਂ ਕਿ AB ਤੇ AC ਬਰਾਬਰ ਹੋਣਗੀਆਂ, ਇਹ ਵੀ ਬਰਾਬਰ ਆ ਸਕਦੀਆਂ। ਜਿਹੜੀਆਂ ਦੋ ਬਰਾਬਰ ਆ ਗਈਆਂ ਬਸ ਤੁਸੀਂ AB ਪਤਾ ਕਰ ਲਓ ਡਿਸਟੈਂਸ, ਜਿਵੇਂ ਆਪਾਂ ਪਹਿਲਾਂ ਪਤਾ ਕੀਤਾ ਸੀ AB ਇਸ ਤਰ੍ਹਾਂ, ਫਿਰ BC ਪਤਾ ਕਰ ਲਓ ਜਿਵੇਂ ਆਪਾਂ BC ਪਤਾ ਕੀਤਾ ਸੀ, ਫਿਰ AC ਪਤਾ ਕਰ ਲਓ ਜਿਸ ਤਰ੍ਹਾਂ ਕੀਤਾ ਸੀ। ਠੀਕ ਹੈ, ਆਪਾਂ ਤਾਂ ਤਿੰਨੋਂ ਦੂਰੀਆਂ ਇੱਥੇ ਬਰਾਬਰ ਨਹੀਂ ਆਈਆਂ ਸੀਗੀਆਂ ਤਾਂ ਇਹ ਟ੍ਰਾਇੰਗਲ ਕਿਹੜੀ ਬਣ ਗਈ ਸੀ? ਸਕੈਲਨ ਟ੍ਰਾਇੰਗਲ ਕਹਿੰਦੇ ਇਹਨੂੰ ਆਪਾਂ, ਵਿਖਮ ਭੁਜੀ ਤ੍ਰਿਭੁਜ ਕਹਿੰਦੇ ਆ। ਠੀਕ ਹੈ, ਇੱਥੇ ਹੁਣ ਦੇਖੋਗੇ ਤੁਸੀਂ ਦੋ ਦੂਰੀਆਂ ਬਰਾਬਰ ਆ ਜਾਣਗੀਆਂ। ਜੇ ਦੋ ਦੂਰੀਆਂ ਬਰਾਬਰ ਆਈਆਂ ਫਿਰ ਆਪਾਂ ਕਹਿ ਦਾਂਗੇ ਕਿ ਕੀ ਹੈਗੀ ਹੈ? ਇਹ ਆਈਸੋਸੈਲ ਟ੍ਰਾਇੰਗਲ ਹੈਗੀ ਆ, ਮਤਲਬ ਸਮ ਦੋ ਭੁਜੀ ਤ੍ਰਿਭੁਜ ਹੈਗੀ ਆ। ਕਰਨ ਦਾ ਤਰੀਕਾ ਸੇਮ ਹੀ ਹੈ, ਤੁਸੀਂ ਦੂਰੀਆਂ ਪਤਾ ਕਰਨੀਆਂ ਹੈਗੀਆਂ, ਦੂਰੀ ਸੂਤਰ ਲਾ ਕੇ ਕਰ ਲਓਗੇ ਨਾ ਆਪਣੇ ਆਪ, ਤੁਸੀਂ ਆਪਣੇ ਆਪ ਕਰਨਾ। ਠੀਕ ਹੈ, ਯੂਅਰਸੈਲਫ। ਮੈਨੂੰ ਇਹਦਾ ਕਮੈਂਟ ਬਾਕਸ ਤੁਸੀਂ ਇਹਦਾ ਆਨਸਰ ਜ਼ਰੂਰ ਕਮੈਂਟ ਕਰਿਓ ਵੀ ਵਾਕਈ ਯੈਸ ਆ ਕਿ ਨੋ ਆ। ਠੀਕ ਹੈ, ਸਮਝ ਲੱਗ ਗਈ ਨਾ? ਤਾਂ ਮੈਨੂੰ ਪਤਾ ਲੱਗ ਜਾਏਗਾ ਤੁਸੀਂ ਅੰਡਰਸਟੈਂਡ ਕਰ ਗਏ ਟੌਪਿਕ ਨੂੰ। ਜੇ ਨਾ ਪਤਾ ਲੱਗਿਆ ਮੈਂ ਕੁਐਸਚਨ ਦੁਬਾਰਾ ਤੁਹਾਨੂੰ ਜਿਹੜਾ ਸੋਲਵ ਕਰਕੇ ਦਿਖਾ ਦੂੰਗਾ। ਠੀਕ ਹੈ, ਸੋ ਨੈਕਸਟ ਕੁਐਸਚਨ ਆਪਾਂ ਦੇਖਦੇ ਹਾਂ। ਕੁਐਸਚਨ ਨੰਬਰ 5 ਦੇਖਦੇ ਹਾਂ ਪੁੱਤਰ ਆਪਾਂ। ਇੱਥੇ ਸਟੇਟਮੈਂਟ ਥੋੜੀ ਵੱਡੀ ਹੈ, ਠੀਕ ਹੈ, ਇਸ ਕਰਕੇ ਮੈਂ ਲਿਖੀ ਨਹੀਂ, ਤੁਹਾਨੂੰ ਬੁੱਕ ਦੇ ਉੱਪਰ ਦਿਖਾ ਰਿਹਾ ਹੈਗਾ। ਪ੍ਰੈਕਟੀਕਲ ਦਾ ਕੁਐਸਚਨ ਹੈ, ਕੁਛ ਨਹੀਂ ਉਹੀ ਦੂਰੀ ਸੂਤਰ ਲਾਉਣਾ ਆਪਾਂ ਇੱਥੇ। ਤਾਂ ਕੁਐਸਚਨ ਧਿਆਨ ਨਾਲ ਸਮਝ ਲਓ, ਇੱਕ ਵਾਰੀ ਮੈਂ ਤੁਹਾਨੂੰ ਸਾਰੀ ਸਟੇਟਮੈਂਟ ਸਮਝਾ ਦਿੰਦਾ। ਕੀ ਹੈ? ਇਨ ਅ ਕਲਾਸਰੂਮ 4 ਫਰੈਂਡਸ ਆਰ ਸੀਟਡ ਐਜ਼ ਐਟ ਦਾ ਪੁਆਇੰਟਸ A B C D। ਤੁਹਾਨੂੰ 4 ਪੁਆਇੰਟ ਦਿਖਾਏ। ਠੀਕ ਹੈ, ਕਲਾਸਰੂਮ ਹੈਗਾ ਆਪਣੇ ਕੋਲ, ਇੱਕ ਇੱਥੇ ਬੈਠਾ ਫਰੈਂਡ B C ਐਂਡ D, 4 ਬੱਚੇ ਇਸ ਤਰ੍ਹਾਂ ਬੈਠੇ ਹੋਏ। ਠੀਕ ਹੈ, ਤਾਂ ਚੰਪਾ ਐਂਡ ਚਮੇਲੀ ਵਾਕ ਇਨ ਟੂ ਦਾ ਕਲਾਸ ਐਂਡ ਆਫਟਰ ਓਬਜ਼ਰਵਿੰਗ ਫॉर ਅ few minutes ਚੰਪਾ ਆਸਕਸ ਚਮੇਲੀ। ਚੰਪਾ ਤੇ ਚਮੇਲੀ ਕਹਿੰਦਾ ਕਲਾਸ 'ਚ ਆਈਆਂ ਦੇਖ ਕੇ, ਉਹਨਾਂ ਨੇ ਦੇਖ ਕੇ ਫਿਰ ਉਹਨਾਂ ਨੇ ਕੀ ਕਿਹਾ? ਚੰਪਾ ਚਮੇਲੀ ਨੂੰ ਕਹਿੰਦੀ ਹੈਗੀ ਆ, ਪੁੱਛਦੀ ਹੈਗੀ ਆ, ਡੋਂਟ ਯੂ ਥਿੰਕ ABCD ਇਜ਼ ਅ ਸਕੁਆਇਰ। ਕਹਿੰਦਾ ਜੇ ਚਾਰ ਪੁਆਇੰਟ ਬਣ ਗਏ, ਚਾਰਾਂ ਨੂੰ ਆਪਾਂ ਮਿਲਾ ਦਈਏ ਇਸ ਤਰ੍ਹਾਂ ਕਰਕੇ, ਤਾਂ ਕਹਿੰਦਾ ਕੀ ABCD ਕਹਿੰਦਾ ਇੱਕ ਸਕੁਆਇਰ ਬਣਦੀ ਹੈਗੀ ਆ। ਚੰਪਾ ਕਹਿੰਦੀ ਹੈ ਚਮੇਲੀ ਨੂੰ, ਮਤਲਬ ਚੰਪਾ ਕਹਿੰਦੀ ਹੈ ਸਕੁਆਇਰ ਬਣਦਾ, ਪੁੱਛਦੀ ਆ। ਚਮੇਲੀ ਡਿਸਐਗਰੀ, ਚਮੇਲੀ ਉਹਦੇ ਨਾਲ ਡਿਸਐਗਰੀ ਹੁੰਦੀ, ਮਤਲਬ ਮੰਨਦੀ ਨਹੀਂ, ਕਹਿੰਦੀ ਨਹੀਂ। ਉਹ ਕੀ ਕਹਿੰਦੀ ਹੈਗੀ ਆ? ਤੁਸੀਂ ਦੱਸੋ, ਕਹਿੰਦੇ ਕੀ ਆ? ਯੂਜ਼ਿੰਗ ਡਿਸਟੈਂਸ ਫਾਰਮੂਲਾ ਫਾਈਂਡ ਵਿਚ ਆਫ ਦੈਮ ਇਜ਼ ਕਰੈਕਟ। ਮਤਲਬ ਚੰਪਾ ਕਹਿੰਦੀ ਹੈਗੀ ਹੈ, ਸੌਰੀ ਚਮੇਲੀ ਕਹਿੰਦੀ ਆ ਕਿ ਇਹ ਸਕੁਆਇਰ ਨਹੀਂ ਹੈ, ਚੰਪਾ ਕਹਿੰਦੀ ਹੈ ਸਕੁਆਇਰ ਹੈ। ਤੁਸੀਂ ਵੈਰੀਫਾਈ ਕਰਨਾ ਇਹ ਸਕੁਆਇਰ ਹੈ ਕਿ ਨਹੀਂ ਹੈ। ਠੀਕ ਹੈ, ਹੁਣ ਸਕੁਆਇਰ ਹੈ ਜਾਂ ਨਹੀਂ ਹੈ, ਇਹਦੇ ਵਾਸਤੇ ਤੁਹਾਨੂੰ ਸਕੁਆਇਰ ਦੀਆਂ ਪ੍ਰੋਪਰਟੀਜ਼ ਪਤਾ ਹੋਣੀ ਚਾਹੀਦੀਆਂ ਵੀ ਸਕੁਆਇਰ ਦੀਆਂ ਕੀ ਪ੍ਰੋਪਰਟੀਜ਼ ਹੁੰਦੀਆਂ। ਠੀਕ ਹੈ, ਪਹਿਲਾਂ ਆਪਾਂ ਪੁਆਇੰਟਸ ਲੱਭ ਲਈਏ ਕਿਹੜੇ ਕਿਹੜੇ ਬਣਦੇ। ਦੇਖੋ A ਪੁਆਇੰਟ ਕਿੰਨਾ ਹੈ ਦੱਸੋ ਵੀ। A ਪੁਆਇੰਟ ਹੁਣ ਤੁਹਾਨੂੰ ਗ੍ਰਾਫ ਯੂਜ਼ ਕਰਨਾ ਆ ਗਿਆ, ਦੱਸੋ A ਪੁਆਇੰਟ ਦੇ ਕੋਆਰਡੀਨੇਟਸ ਕੀ ਬਣਨਗੇ। A ਤੇ ਜਿਹੜਾ x ਕਿੰਨਾ ਹੈਗਾ 3 ਔਰ B ਕਿੰਨਾ ਹੈਗਾ y ਇਹ 4 ਹੈ, 3 4 ਬਣ ਗਿਆ। A ਪੁਆਇੰਟ ਕਿੰਨਾ ਬਣ ਗਿਆ 3,4। ਸਮਝ ਲੱਗ ਗਈ? A ਪੁਆਇੰਟ ਕਿੰਨਾ ਬਣ ਗਿਆ 3:4, ਇੱਥੇ ਹੀ ਰੱਖ ਦਿੰਦਾ ਮੈਂ। ਠੀਕ ਹੈ, 3:4। B ਪੁਆਇੰਟ ਕਿੰਨਾ ਬਣ ਗਿਆ? B ਤੇ 6 ਕਿੰਨਾ ਦੇਖੋ, x 6 ਹੈਗਾ ਔਰ y ਕਿੰਨਾ 7, ਤਾਂ 6,7 ਬਣ ਗਿਆ ਇਹ। C ਪੁਆਇੰਟ ਤੇ ਕਿੰਨਾ ਹੈਗਾ ਆਪਣੇ ਕੋਲ x 9 ਔਰ y ਕਿੰਨਾ ਹੈਗਾ 4, 9,4 ਬਣ ਗਿਆ ਇਹ। ਐਂਡ ਇੱਥੇ D ਕਿੰਨਾ ਬਣ ਜਾਏਗਾ ਆਪਣੇ ਕੋਲ, x 6 ਹੈਗਾ, y ਕਿੰਨਾ ਹੈਗਾ 1, ਤਾਂ 6,1 ਬਣ ਗਿਆ। ਤਾਂ ਚਾਰੋਂ ਪੁਆਇੰਟਸ ਪਤਾ ਲੱਗ ਗਏ ਤੁਹਾਨੂੰ। ਠੀਕ ਹੈ, ਹੁਣ ਆਪਾਂ ਇਹਨਾਂ ਚਾਰਾਂ ਪੁਆਇੰਟਸ ਨੂੰ ਯੂਜ਼ ਕੀ ਕਰਨਾ? ਡਿਸਟੈਂਸ ਫਾਰਮੂਲਾ। ਤੇ ਪਹਿਲਾਂ ਆਪਾਂ ਸਕੁਆਇਰ ਦੀਆਂ ਪ੍ਰੋਪਰਟੀਜ਼ ਦੇਖ ਲਈਏ ਕੀ ਹੁੰਦੀਆਂ ਹੈਗੀਆਂ। ਸਕੁਆਇਰ ਦੀਆਂ ਪ੍ਰੋਪਰਟੀਜ਼, ਠੀਕ ਹੈ, ਧਿਆਨ ਨਾਲ ਦੇਖੋ। ਸਕੁਆਇਰ ਹੋਣ ਵਾਸਤੇ ਕੀ ਜ਼ਰੂਰੀ ਹੈ? ਇੱਕ ਕੁਆਡਰੀਲੇਟਰ ਨੂੰ, ਕਿਉਂਕਿ 4 ਸਾਈਡਾਂ ਹੈਗੀਆਂ, ਕੁਆਡਰੀਲੇਟਰ ਤਾਂ ਬਣੀ ਜਾਂ ਨਹੀਂ ਹੈਗੀ ਉਹ, ਬਟ ਕਿਹੜੀ ਕੁਆਡਰੀਲੇਟਰ ਬਣੇਗੀ ਆਪਾਂ ਉਹ ਦੇਖਣਾ ਅੱਗੇ। ਤਾਂ ਸਕੁਆਇਰ ਦੇ ਵਿੱਚ ਕੀ ਪ੍ਰੋਪਰਟੀਆਂ ਹੁੰਦੀਆਂ ਆਪਣੇ ਕੋਲੇ, ਧਿਆਨ ਨਾਲ ਦੇਖੋ। ਪਹਿਲਾਂ ਆਪਾਂ ਸਕੁਆਇਰ ਦੀ ਗੱਲ ਕਰਦੇ ਹੈਗੇ ਆ। A B C D ਆਪਾਂ ਨੂੰ 4 ਪੁਆਇੰਟ ਗਿਵਨ ਹੈਗੇ। ਠੀਕ ਹੈ, ਆਪਾਂ ਪ੍ਰੂਵ ਕਰਨਾ ਕਿ ਸਕੁਆਇਰ ਹੈ ਕਿ ਨਹੀਂ ਹੈ। A ਪੁਆਇੰਟ ਆਪਾਂ ਨੂੰ, ਚਲੋ ਪਹਿਲਾਂ ਸਕੁਆਇਰ ਦੀਆਂ ਪ੍ਰੋਪਰਟੀਜ਼ ਦੇਖੋ। ਇਹਦੀਆਂ ਕੀ ਹੁੰਦੀਆਂ? ਚਾਰੋਂ ਸਾਈਡਾਂ ਕੀ ਹੁੰਦੀਆਂ? ਇਕੁਅਲ। ਤੁਸੀਂ ਦੇਖੋਗੇ ਡਿਸਟੈਂਸ ਫਾਰਮੂਲਾ ਲਾਓਗੇ, ਪਹਿਲਾਂ AB ਫਾਈਂਡ ਕਰੋਗੇ, BC ਫਾਈਂਡ ਕਰੋਗੇ, CD ਫਾਈਂਡ ਕਰੋਗੇ, DA ਫਾਈਂਡ ਕਰੋਗੇ, ਚਾਰੋਂ ਕੀ ਆਉਣਗੇ? ਇਕੁਅਲ। ਠੀਕ ਹੈ, ਚਾਰੋਂ ਇਕੁਅਲ ਆ ਗਏ, ਫਿਰ ਆਪਾਂ ਇਹਨੂੰ ਸਕੁਆਇਰ ਕਹਿ ਦਿਆਂਗੇ? ਨਹੀਂ, ਹਲੇ ਇਨਫ ਨਹੀਂ ਹੋਇਆ, ਕਿਉਂਕਿ ਚਾਰੇ ਸਾਈਡਾਂ ਤਾਂ ਆਪਣਾ ਜਿਹੜਾ ਹੁੰਦਾ ਹੈਗਾ
ਸਮ ਚਤੁਰਭੁਜ ਜਿਹਨੂੰ ਆਪਾਂ ਰੋਮਬਸ ਬੋਲਦੇ ਹੈਗੇ ਉਹਦੀਆਂ ਵੀ ਇਕੁਅਲ ਹੁੰਦੀਆਂ, ਇਹਦੀਆਂ ਵੀ ਚਾਰੋਂ ਸਾਈਡਾਂ ਇਕੁਅਲ ਹੁੰਦੀਆਂ ਹੈਗੀਆਂ। ਠੀਕ ਹੈ, ਇਹਦਾ ਮਤਲਬ ਇਹ ਤਾਂ ਸਕੁਅਰ ਨਹੀਂ ਹੋਇਆ ਹਜੇ। ਠੀਕ ਹੈ, ਤਾਂ ਇੱਥੇ ਇੱਕ ਹੋਰ ਪ੍ਰੋਪਰਟੀ ਯੂਜ਼ ਕਰਨੀ ਹੈਗੀ, ਆਪਾਂ ਇਹਦੇ ਡਾਇਗਨਲਸ ਵੀ ਫਾਈਂਡ ਕਰਾਂਗੇ। ਡਾਇਗਨਲ ਕੀ ਹੁੰਦੇ ਆ? ਆਹ ਵਾਲੇ ਵਿਕਰਨ, ਏ ਨੂੰ ਸੀ ਨਾਲ ਮਿਲਾ ਦਿਓ ਇੱਕ ਹੋ ਗਿਆ, ਬੀ ਨੂੰ ਡੀ ਨਾਲ ਮਿਲਾ ਦਿਓ ਦੋ ਵਿਕਰਨ। ਠੀਕ ਹੈ, ਮਤਲਬ ਆਪਾਂ ਏ ਤੇ ਸੀ ਪੁਆਇੰਟ ਲੈ ਕੇ ਏ ਸੀ ਫਾਈਂਡ ਕਰਾਂਗੇ, ਬੀ ਤੇ ਡੀ ਪੁਆਇੰਟ ਲੈ ਕੇ ਬੀ ਡੀ ਫਾਈਂਡ ਕਰਾਂਗੇ। ਇਹ ਦੋਨੋਂ ਡਾਇਗਨਲ ਬਣ ਗਏ ਤਾਂ ਲੈਂਥ ਆਫ ਡਾਇਗਨਲ ਜਿਹੜੀ ਹੈਗੀ ਆ ਸਕੁਅਰ ਦੇ ਵਿੱਚ ਇਕੁਅਲ ਹੁੰਦੀ ਹੈ। ਇਹਦੇ ਡਾਇਗਨਲ ਵੀ ਇਕੁਅਲ ਹੁੰਦੇ ਆ, ਬਟ ਇਹਦੇ ਡਾਇਗਨਲ ਇਕੁਅਲ ਨਹੀਂ ਹੁੰਦੇ, ਇਹਦੇ ਡਾਇਗਨਲਸ ਇਕੁਅਲ ਨਹੀਂ ਹੁੰਦੇ। ਠੀਕ ਹੈ, ਤਾਂ ਇੱਥੋਂ ਤੁਹਾਨੂੰ ਪਤਾ ਲੱਗ ਜੂਗਾ ਕਿ ਇਹ ਰੋਮਬਸ ਨਹੀਂ ਹੈ, ਇਟਸ ਸਕੁਅਰ ਹੀ ਹੈ। ਸਮਝ ਲੱਗ ਗਈ? ਤਾਂ ਸਕੁਅਰ ਵਾਸਤੇ ਤੁਹਾਨੂੰ ਕਿੰਨੇ ਵਾਰੀ ਡਿਸਟੈਂਸ ਫਾਰਮੂਲਾ ਲਾਉਣਾ ਪਵੇਗਾ? 6 ਵਾਰੀ। 4 ਤਾਂ ਸਾਈਡਾਂ ਹੀ ਹੋ ਗਈਆਂ, 2 ਡਾਇਗਨਲ ਹੋ ਗਏ। ਸਮਝ ਲੱਗ ਗਈ ਕਿ ਨਹੀਂ ਸਵਾਲ ਦੀ? ਆਪਾਂ ਸੋਲਵ ਕਰਕੇ ਦੇਖ ਲੈਣੇ ਪੁੱਤਰ ਜੀ। 4 ਆਪਣੇ ਕੋਲ A ਪੁਆਇੰਟ ਆਪਾਂ ਲਿਖਿਆ ਸੀਗਾ 3:4, B ਪੁਆਇੰਟ ਆਪਾਂ ਲਿਖਿਆ ਸੀਗਾ 6:7, C ਪੁਆਇੰਟ ਆਪਾਂ ਲਿਖਿਆ ਸੀਗਾ 9:4 ਐਂਡ D ਪੁਆਇੰਟ ਆਪਾਂ ਲਿਖਿਆ ਸੀਗਾ 6:1। ਠੀਕ ਹੈ ਜੀ, ਤਾਂ ਤੁਸੀਂ ਪਹਿਲਾਂ ਤਾਂ ਡਿਸਟੈਂਸ ਕੱਢੋ ਚਾਰੋਂ AB, ਪਹਿਲਾਂ AB ਡਿਸਟੈਂਸ ਲਓ ਜੀ। ਹਾਂਜੀ, AB ਡਿਸਟੈਂਸ A ਤੇ B ਪੁਆਇੰਟ ਲੈ ਲਓ, ਫਟਾਫਟ ਦੱਸੋ ਕਰਾਂ। 6 - 3 ਐਂਡ 7 - 4। ਠੀਕ ਹੈ, 6 - 3 ਦਾ ਸਕੁਅਰ ਤੇ 7 - 4 ਦਾ ਸਕੁਅਰ ਪਲਸ ਐਂਡ ਸਕੁਅਰ ਰੂਟ। ਪਹਿਲਾ ਆ ਗਿਆ। ਦੂਜਾ ਵੀ ਡਿਸਟੈਂਸ ਫਾਰਮੂਲਾ ਲਾ ਲਓ BC। B ਤੇ C ਪੁਆਇੰਟ ਫਟਾਫਟ ਦੇਖੋ। 9 - 6 ਤੇ 4 - 7। 9 - 6 ਤੇ 4 - 7। ਠੀਕ ਹੈ ਜੀ, ਫਿਰ ਆਪਾਂ CD ਲੈ ਲਓ। CD 9 - 6 ਤੇ 4 - 1। ਕਲੀਅਰ ਹੈ? ਔਰ ਫਿਰ ਆਪਾਂ ਕੱਢਾਂਗੇ AD ਜਾਂ D ਜੋ ਮਰਜ਼ੀ ਲੈ ਲਓ। AD ਲਵਾਂਗੇ ਤਾਂ ਕੀ ਬਣ ਜਾਏਗਾ ਆਪਣੇ ਕੋਲੇ 6 - 3 ਤੇ 1 - 4। ਇਸ ਤਰ੍ਹਾਂ ਆਪਾਂ ਚਾਰੋਂ ਡਿਸਟੈਂਸ ਫਾਰਮੂਲੇ ਅਪਲਾਈ ਕਰਤੇ, ਇਹਨਾਂ ਨੂੰ ਸੋਲਵ ਕਰ ਦਿਓ। ਸੋਲਵ ਕਰੋਗੇ ਕਿੰਨਾ ਆ ਜਾਏਗਾ? 6 - 3 3 ਰਹਿ ਗਿਆ, 3 ਦਾ ਸਕੁਅਰ ਕਿੰਨਾ ਆ ਜਾਏਗਾ? 9। 7 - 4 ਫਿਰ 3 ਰਹਿ ਗਿਆ, 3 ਦਾ ਸਕੁਅਰ ਕਿੰਨਾ ਆ ਗਿਆ? 9। ਤੇ 9 ਤੇ 9 ਕਿੰਨੇ ਬਣ ਗਏ? 18। ਵਰਗਮੂਲ 18 ਆ ਗਿਆ ਆਪਣੇ ਕੋਲ। ਠੀਕ ਹੈ ਜੀ, ਇਹਨੂੰ ਵੀ ਸੋਲਵ ਕਰੋਗੇ। 9 ਛਿਕੜੇ ਕਿੰਨੇ ਆ ਗਏ ਆਪਣੇ ਕੋਲ? 3 ਦਾ ਸਕੁਅਰ ਆ ਗਿਆ 9। ਠੀਕ ਹੈ ਜੀ, ਇੱਥੇ ਵੀ 4 - 7 - 3 ਰਹਿ ਗਿਆ, ਸਕੁਅਰ ਕੀਤਾ ਇਹਦਾ ਵੀ 9 ਆ ਗਿਆ, ਤੇ 9 ਤੇ 9 ਕਿੰਨੇ ਬਣ ਗਏ ਫਿਰ? 18। ਇੱਥੇ ਤੁਸੀਂ ਸੋਲਵ ਕਰੋਗੇ ਕਿੰਨਾ ਆ ਜਾਏਗਾ ਵੀ ਆਪਣੇ ਕੋਲ? 3 ਰਹਿ ਗਏ, 3 ਦਾ ਸਕੁਅਰ ਫਿਰ 9, 4 ਛਿਕੜੇ 3 ਦਾ ਸਕੁਅਰ 9, 18 ਹੀ ਆ ਗਿਆ। ਇੱਥੇ ਫਾਈਂਡ ਕਰੋਗੇ 6 ਦਾ ਨਿਕਲੇ 3 ਦਾ ਸਕੁਅਰ 9, 1 - 4 - 3 ਦਾ ਸਕੁਅਰ ਕਿੰਨਾ ਆ ਗਿਆ? 9। ਹਾਂਜੀ, ਇਹ ਵੀ 18 ਬਣ ਗਏ। ਦੇਖੋ ਚਾਰੋਂ ਸਾਈਡਾਂ ਇਕੁਅਲ ਆ ਗਈਆਂ ਨਾ, ਨਾਲ ਨਾਲ ਆਪਾਂ ਯੂਨਿਟਸ ਲਿਖੀਆਂ। ਠੀਕ ਹੈ, ਯੂਨਿਟਸ। ਠੀਕ ਹੈ ਵੀ ਜਿਹੜਾ ਵੀ ਯੂਨਿਟ ਹੋਊਗਾ। ਠੀਕ ਹੈ, 18 ਯੂਨਿਟਸ ਚਾਰੋਂ ਸਾਈਡਾਂ ਆ ਗਈਆਂ ਆਪਣੇ ਕੋਲੇ। ਇੱਥੋਂ ਪਤਾ ਲੱਗ ਗਿਆ ਵੀ ਇਹ ਆਪਾਂ ਸਕੁਅਰ ਦੇ ਨੇੜੇ ਤਾਂ ਜਾ ਰਹੇ ਹੈਗੇ ਆ। ਹੁਣ ਆਪਣੇ ਕੋਲ 2 ਆਪਸ਼ਨ ਬਣ ਗਏ, ਜਾਂ ਤਾਂ ਰੋਮਬਸ ਆ ਜਾਂ ਸਕੁਅਰ ਆ। ਹੁਣ ਕੀ ਫਾਈਂਡ ਕਰਨਾ ਰਹਿ ਗਿਆ? ਇਹਦੇ ਆਪਾਂ ਡਾਇਗਨਲ ਫਾਈਂਡ ਕਰਾਂਗੇ। AC ਡਾਇਗਨਲਸ ਮਤਲਬ ਵਿਕਰਨ। ਕੀ ਫਾਈਂਡ ਕਰਨਾ ਆਪਾਂ ਨੇ? ਵਿਕਰਨ। ਕਿਹੜੇ ਕਿਹੜੇ ਵਿਕਰਨ ਹੈਗੇ ਆਪਣੇ ਕੋਲ? AC ਕਿਉਂਕਿ ਆਪਾਂ AC ਦੀ ਗੱਲ ਕਰ ਰਹੇ ਹਾਂ ਤੇ A ਤੇ C ਪੁਆਇੰਟ ਹੀ ਲਵਾਂਗੇ ਆਪਾਂ, ਓਬਵੀਅਸ ਆ। A ਤੇ C ਦੀ ਗੱਲ ਕਰੋ। ਹਾਂਜੀ, 9 - 3 ਤੇ 4 - 4। 9 - 3 ਤੇ 4 - 4 ਦਾ ਸਕੁਅਰ ਖਤਮ ਹੋ ਗਿਆ। 9 ਦਾ ਨਿਕਲ ਰਿਹਾ 6, 6 ਦਾ ਸਕੁਅਰ ਹੋ ਗਿਆ, 0 0 ਸਕੁਅਰ ਆ ਗਿਆ। ਠੀਕ ਹੈ ਜੀ, ਸੋਲਵ ਕਰੋਗੇ 6 ਦਾ ਸਕੁਅਰ ਆ ਗਿਆ 36, 0 ਹੋ ਗਿਆ 36 ਦਾ ਸਕੁਅਰ ਰੂਟ ਕਿੰਨਾ ਹੁੰਦਾ? 6 ਯੂਨਿਟਸ ਆ ਗਿਆ। ਹਾਂਜੀ, ਉਸ ਤੋਂ ਬਾਅਦ ਆਪਣੇ ਕੋਲ BD ਦੂਜਾ ਵਿਕਰਨ, ਇੱਧਰ ਆ ਵਾਲਾ ਫਾਈਂਡ ਕਰਾਂਗੇ। ਠੀਕ ਹੈ, ਆਪਾਂ ਹੁਣ BD ਤੇ B ਤੇ D ਪੁਆਇੰਟ ਲਵਾਂਗੇ ਆਪਾਂ। 6 - 6 ਦਾ ਸਕੁਅਰ, ਇੱਧਰ ਆ ਜਾਏਗਾ ਆਪਣੇ ਕੋਲੇ 1 - 7 ਦਾ ਸਕੁਅਰ। ਹਾਂਜੀ, 6 - 6 0 ਰਹਿ ਗਿਆ, 1 - 7 -6 ਰਹਿ ਗਿਆ, ਸਕੁਅਰ ਪਾਉਣਾ। ਠੀਕ ਹੈ ਭਾਜੀ, ਤਾਂ 0 ਸਕੁਅਰ 0 ਹੀ ਰਹਿ ਗਿਆ, 6 ਸਕੁਅਰ 36 ਆ ਗਿਆ, 36 ਦਾ ਸਕੁਅਰ ਰੂਟ ਕਿੰਨਾ ਆ ਗਿਆ? 6। ਦੋਨੇ ਇਕੁਅਲ ਆ ਗਏ। ਦੇਖੋ ਹੁਣ ਆਪਣੇ ਕੋਲੇ ਡਾਇਗਨਲਸ ਵੀ ਇਕੁਅਲ ਆ ਗਏ ਔਰ ਚਾਰੋਂ ਸਾਈਡਾਂ ਵੀ ਇਕੁਅਲ ਹੈਗੀਆਂ। ਦੈਨ ਵੀ ਕੈਨ ਸੇ ਇਟ ਇਜ਼ ਅ ਸਕੁਅਰ। ਠੀਕ ਆ, ਸਕੁਅਰ ਬਣ ਗਿਆ ਨਾ। ਆਪਾਂ ਲਿਖ ਦਾਂਗੇ ਸਿੰਸ AB ਇਜ਼ ਇਕੁਅਲ ਟੂ BC ਇਜ਼ ਇਕੁਅਲ ਟੂ CD ਇਜ਼ ਇਕੁਅਲ ਟੂ DA ਐਂਡ AC ਇਜ਼ ਇਕੁਅਲ ਟੂ BD। ਦੋਨੋਂ ਡਾਇਗਨਲ ਵੀ ਇਕੁਅਲ ਆ ਗਏ, ਚਾਰੋਂ ਸਾਈਡਾਂ ਵੀ ਇਕੁਅਲ ਆ ਗਈਆਂ। ਸੋ ਇਟ ABCD ਇਜ਼ ਏ ਸਕੁਅਰ। ਹੁਣ ਸਕੁਅਰ ਕਿਹਨੇ ਕਿਹਾ ਸੀ ਵੀ ਸਕੁਅਰ ਹੈਗਾ? ਇਹ ਤਾਂ ਚਮੇਲੀ ਨੇ ਕਿਹਾ ਸੀਗਾ।
चंपा ने क्या सी ना भी चंपा ने पूछा सी स्क्वायर है, सो चंपा इज़ करैक्ट, चंपा इज़ करैक्ट। ठीक है, उन्होंने पूछा सी कौन करैक्ट है, दोनों चो कौन राइट है, कौन सही कह रहा है, तो चंपा सही कह रही है। चंपा कहती भी ये स्क्वायर ही है, समझ लगी ना। चारों साइडा इक्वल हो गई, दोनों डायगनल इक्वल हो गए, ABC स्क्वायर हो गया, तो चंपा इज़ करैक्ट। ठीक है, तो 5 सम अपने हो गए पुत्र जी इस एक्सरसाइज के, 5 सम्स लैफ्ट। ठीक है, तो आप सैकेंड वीडियो सैकेंड पार्ट सॉल्व करांगे। सो फस्ट वीडियो पुत्र जी तुहानूं किस तरह लगी, चंगी लगी है वीडियो लाइक करना नहीं भुलना। ठीक है, लाइक एंड शेयर तुहाडे जिहड़े सानूं मोटिवेट करते है। ठीक है, काम करने लई तुहाडे लई, तो तुसीं चंगी तरह सिखते रहना। तुसीं जिन्ना काम करोगे तुसीं उन्ना वधिया तरीके नाल सीखोगे, और तुसीं जिन्ना सीखोगे सानूं उन्नी ही खुशी होएगी। ठीक है पुत्र जी, ट्राई करते रहो, सीखते रहो और अगे बढ़ते रहो। मिलते नैक्सट वीडियो पुत्र जी। थैंक यू, टेक केयर, गॉड ब्लैस यू, हसते वसते रहो।